ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਤੁਹਾਡਾ ਸਭ ਦਾ ਪੰਜਾਬੀ ਦੀ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਆਪਦੀ ਅਧਿਆਪਿਕਾ ਰਵਿੰਦਰਜੀਤ ਕੌਰ ਅੱਜ ਤੁਹਾਨੂੰ 9ਵੀਂ ਜਮਾਤ ਦੀ ਤੀਸਰੀ ਕਵਿਤਾ ਪੜ੍ਹਾਉਣ ਜਾ ਰਹੀ ਹਾਂ, ਜਿਸ ਦੇ ਰਚయిਤਾ ਹਨ ਭਾਈ ਵੀਰ ਸਿੰਘ ਜੀ। ਭਾਈ ਵੀਰ ਸਿੰਘ ਦੀ ਕਵਿਤਾ ਸਮਾਂ, ਜੋ ਕਿ ਸਾਡੇ ਸਿਲੇਬਸ ਵਿੱਚ ਹੈ, ਸਾਡੀ ਪਾਠ ਪੁਸਤਕ ਵਿੱਚ ਹੈ, ਉਸ ਨੂੰ ਪੜ੍ਹਨ ਤੋਂ ਪਹਿਲਾਂ, ਉਸ ਕਵਿਤਾ ਸਮਾਂ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਭਾਈ ਵੀਰ ਸਿੰਘ, ਜੋ ਕਿ ਉਹਨਾਂ ਦੇ ਕਵੀ ਹਨ ਕਵਿਤਾ ਦੇ, ਉਹਨਾਂ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਗੱਲ ਜ਼ਰੂਰ ਕਰਾਂਗੇ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦੀ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਹਨ। ਮੋਢੀ ਮਤਲਬ ਪਹਿਲੇ ਸ਼ੁਰੂਆਤੀ ਕਵੀ ਹਨ। ਭਾਈ ਵੀਰ ਸਿੰਘ ਦੀ ਕਵਿਤਾ ਵਿਚਾਰ ਦੀ ਕਵਿਤਾ ਹੈ। ਇਹ ਗੁਰਬਾਣੀ ਤੋਂ ਪ੍ਰਭਾਵਿਤ ਹੈ। ਉਹ ਆਪਣੀ ਕਵਿਤਾ ਵਿੱਚ ਫਰਸ਼ ਤੋਂ ਉੱਠ ਕੇ ਅਰਸ਼ 'ਤੇ ਪਹੁੰਚਣ ਵਾਲੇ ਵਿਚਾਰ ਨੂੰ ਪੇਸ਼ ਕਰਦੇ ਹਨ। ਸਿੱਖ ਵਿਚਾਰਧਾਰਾ ਅਤੇ ਭਾਰਤੀ ਏਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਉਂਦੇ ਹਨ। ਪ੍ਰਕਿਰਤੀ ਨੂੰ ਅਧਿਆਤਮਕ ਵਿਚਾਰ ਪੇਸ਼ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਵਰਤਿਆ ਗਿਆ ਹੈ। ਭਾਈ ਵੀਰ ਸਿੰਘ ਮੋਢੀ ਕਵੀ ਹੋਣ ਦੇ ਨਾਲ ਨਾਲ ਪ੍ਰਕਿਰਤੀ ਦੇ ਕਵੀ ਵੀ ਜਾਣੇ ਜਾਂਦੇ ਹਨ। ਉਹਨਾਂ ਨੂੰ ਪ੍ਰਕਿਰਤੀ ਨਾਲ ਅਥਾਹ ਪਿਆਰ ਸੀ। ਉਹਨਾਂ ਨੇ ਆਪਣੀ ਕਵਿਤਾਵਾਂ ਵਿੱਚ ਪਰਮਾਤਮਾ ਦੀ ਗੱਲ ਕੀਤੀ ਹੈ ਅਤੇ ਉਹ ਵੀ ਪ੍ਰਕਿਰਤਿਕ ਦ੍ਰਿਸ਼ਾਂ ਦੇ ਰਾਹੀਂ। ਭਾਈ ਵੀਰ ਸਿੰਘ ਜੀ ਪ੍ਰਕਿਰਤੀ ਦੇ ਕਵੀ ਤੇ ਹੈ ਹੀ ਹਨ, ਨਾਲ ਨਾਲ ਉਹ ਗੁਰਬਾਣੀ ਤੋਂ ਵੀ ਬਹੁਤ ਪ੍ਰਭਾਵਿਤ ਹਨ। ਭਾਈ ਸਾਹਿਬ ਨੇ ਜਿਹੜੀਆਂ ਰਚਨਾ ਪੁਸਤਕਾਂ ਲਿਖੀਆਂ ਹਨ, ਉਹਨਾਂ ਵਿੱਚੋਂ ਜੋ ਪ੍ਰਸਿੱਧ ਪੁਸਤਕਾਂ ਹਨ ਉਹ ਹੈ ਨਣਦ ਭਰਜਾਈ, ਰਾਣਾ ਸੂਰਤ ਸਿੰਘ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਮੇਰੇ ਸਈਆਂ ਜੀਓ ਅਤੇ ਕਈ ਹੋਰ ਪ੍ਰਸਿੱਧ ਇਹਨਾਂ ਦੀਆਂ ਕਾਵਿ ਪੁਸਤਕਾਂ ਦੀ ਵੀ ਇਹਨਾਂ ਨੇ ਰਚਨਾ ਕੀਤੀ ਹੈ। ਇਹਨਾਂ ਵਿੱਚੋਂ ਕੰਬਦੀ ਕਲਾਈ ਅਤੇ ਮਟਕ ਹੁਲਾਰੇ ਬਹੁਤ ਹੀ ਪ੍ਰਸਿੱਧ ਕਾਵਿ ਪੁਸਤਕਾਂ ਹਨ। ਕਾਵਿ ਪੁਸਤਕਾਂ, ਕਾਵਿ ਤੋਂ ਭਾਵ ਹੈ ਕਵਿਤਾ, ਜਿਸ ਨੂੰ ਗਾਇਆ ਜਾ ਸਕੇ। ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਦੀ ਲਿਖੀ ਕਵਿਤਾ ਸਮਾਂ ਦੀ। ਪਹਿਲਾਂ ਮੈਂ ਤੁਹਾਨੂੰ ਕਵਿਤਾ ਨੂੰ ਪੜ੍ਹ ਕੇ ਦੱਸਾਂਗੀ, ਉਹਦੇ ਅਰਥ ਦੱਸਾਂਗੀ ਕਰਕੇ, ਔਰ ਫਿਰ ਅਸੀਂ ਉਹਦੀ ਸਾਰ ਜਾਂ ਟਿੱਪਣੀ ਦੇਖਾਂਗੇ। ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਇੱਥੇ ਕਵੀ ਸਮੇਂ ਬਾਰੇ, ਸਮਾਂ ਮਤਲਬ ਵਕਤ ਟਾਈਮ ਬਾਰੇ ਗੱਲ ਕਰ ਰਿਹਾ ਹੈ। ਕਵੀ ਕਹਿੰਦਾ ਹੈ, ਮੈਂ ਬਹੁਤ ਵਾਸਤੇ ਪਾਏ ਸਮੇਂ ਦੇ ਅੱਗੇ, ਉਸ ਨੂੰ ਰੋਕਣ ਵਾਸਤੇ ਮੈਂ ਉਹਦੀਆਂ ਮਿੰਨਤਾਂ ਤਰਲੇ ਕੀਤੀਆਂ। ਰਹੀ ਵਾਸਤੇ ਕਤ, ਵਾਸਤੇ ਤਰਲੇ ਕਰਨਾ, ਕੱਤਣਾ, ਤਰਲੇ ਮਿੰਨਤਾਂ ਕਿਸੇ ਦੇ ਹਾੜੇ, ਉਹਨਾਂ ਅੱਗੇ ਮਿੰਨਤਾਂ ਕਿਸੇ ਦੇ ਅੱਗੇ ਕਰਨੀਆਂ, ਉਹਨੂੰ ਕਹਿੰਦੇ ਹੈ ਵਾਸਤੇ ਕੱਤਣਾ। ਸਮੇਂ ਨੇ ਇੱਕ ਨਾ ਮੰਨੀ, ਪਰ ਸਮੇਂ ਨੇ ਮੇਰੀ ਇੱਕ ਵੀ ਨਾ ਮੰਨੀ। ਫੜ ਫੜ ਰਹੀ ਤਰੀਕ ਖਿੱਚਣਾ, ਮੈਂ ਆਪਣੇ ਵੱਲ ਨੂੰ ਸਮੇਂ ਨੂੰ ਖਿੱਚ ਕੇ ਰੋਕਦੀ ਰਹੀ, ਪਰ ਸਮਾਂ ਮੇਰੇ ਹੱਥੋਂ ਨਿਕਲ ਕੇ ਅੱਗੇ ਦੇ ਅੱਗੇ ਜਾਂਦਾ ਰਿਹਾ, ਅੱਗੇ ਤੋਂ ਅੱਗੇ ਚੱਲਦਾ ਰਿਹਾ, ਖਿਸਕਦਾ ਰਿਹਾ। ਸਮੇਂ ਖਿਸਕਾਈ ਕੰਨੀ, ਮੈਂ ਜਿੰਨਾ ਵੀ ਕੋਸ਼ਿਸ਼ ਕਰ ਲਈ ਕਿ ਸਮੇਂ ਨੂੰ ਮੈਂ ਰੋਕ ਲਵਾਂ, ਪਰ ਸਮੇਂ ਨੇ ਆਪਣੀ ਕੰਨੀ ਮੇਰੇ ਹੱਥੋਂ ਆਪਣੀ, ਜਿਵੇਂ ਅਸੀਂ ਕਿਸੇ ਦੁਪੱਟੇ ਦਾ ਕਿਨਾਰਾ ਫੜਦੇ ਹਾਂ, ਉਸਨੂੰ ਅਸੀਂ ਕੰਨੀ ਕਹਿ ਦਿੰਦੇ ਹਾਂ, ਕੋਨਾ, ਅਤੇ ਉਹ ਆਪਣਾ ਉਸ ਕੋਨੇ ਨੂੰ ਮੇਰੇ ਹੱਥੋਂ ਦੀ ਛੁਡਵਾ ਕੇ ਅਤੇ ਅੱਗੇ ਤੋਂ ਅੱਗੇ ਚੱਲਦਾ ਗਿਆ। ਕਿਵੇਂ ਨਾ ਸਕੀ ਰੋਕ, ਕਿਸੇ ਵੀ ਤਰੀਕੇ ਮੈਂ ਉਸਨੂੰ ਰੋਕ ਨਹੀਂ ਸਕੀ। ਅਟਕ ਜੋ ਪਾਈ ਪੰਨੀ, ਜਿੰਨਾ ਵੀ ਉਸਦੇ ਨੂੰ ਮੈਂ ਅਟਕਾਉਣਾ ਚਾਹਿਆ, ਕਈ ਔਕੜਾਂ ਲਾਉਣੀਆਂ ਚਾਹੀਆਂ ਸਮੇਂ ਦੇ ਅੱਗੇ, ਪਰ ਸਮੇਂ ਨੇ ਮੇਰੀ ਇੱਕ ਵੀ ਪੇਸ਼ ਨਾ ਚੱਲਣ ਦਿੱਤੀ। ਔਰ ਉਹ ਕਿਵੇਂ ਅੱਗੇ ਵੱਧਦਾ ਗਿਆ, ਤਿੱਖੇ ਵੇਗ ਗਤੀ, ਤਿੱਖੇ ਵੇਗ ਗਤੀ ਚਾਲ, ਤਿੱਖੀ ਚਾਲ ਨਾਲ ਅੱਗੇ ਚੱਲਦਾ ਗਿਆ ਔਰ ਮੇਰੀ ਕਿਸੇ ਗੱਲ ਨੂੰ ਵੀ ਉਸਨੇ ਸੁਣਿਆ ਨਹੀਂ। ਤਿੱਖੇ ਆਪਣੇ ਵੇਗ ਗਿਆ,
ਉਹ ਹੱਦਾਂ ਬੰਨੀ ਟੱਪ ਗਿਆ, ਗਿਆ ਟੱਪ ਉਹ ਹੱਦਾਂ ਬੰਨੀ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਉਹ ਆਪਣੇ ਜਿੰਨੇ ਮੈਂ ਉਹਦੇ ਅੱਗੇ ਬੰਨ ਲਾਏ, ਜਿੰਨਾ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਸਾਰਾ ਟੱਪਦਾ ਹੋਇਆ ਅੱਗੇ ਤੋਂ ਅੱਗੇ ਨਿਕਲਦਾ ਭੱਜਦਾ ਹੀ ਜਾ ਰਿਹਾ ਸੀ। ਸਮਾਂ ਮੇਰੇ ਕਹਿਣ 'ਤੇ ਜਾਂ ਮੇਰੇ ਰੁਕਣ 'ਤੇ ਉਹ ਨਹੀਂ ਰੁਕਿਆ। ਇਸ ਤੋਂ ਭਾਵ ਹੈ ਕਿ ਮਨੁੱਖ ਜਿੰਨਾ ਵੀ ਆਲਸ ਕਰਕੇ ਬੈਠ ਜਾਏ, ਪਰ ਸਮਾਂ ਨਹੀਂ ਬਹਿੰਦਾ, ਸਮਾਂ ਨਹੀਂ ਰੁਕਦਾ। ਜੇ ਤੁਸੀਂ ਸੋਚੋਗੇ ਸਵੇਰ ਹੋਈ ਹੈ ਤਾਂ ਸਵੇਰ ਹੀ ਰਹੇ, ਦੁਪਹਿਰ ਨਾ ਹੋਵੇ ਜਾਂ ਸ਼ਾਮ ਨਾ ਹੋਵੇ ਜਾਂ ਬੀਤਿਆ ਸਮਾਂ ਵਾਪਸ ਆ ਜਾਵੇ, ਐਵੇਂ ਨਹੀਂ ਹੁੰਦਾ। ਤੁਸੀਂ ਦੇਖਦੇ ਹੋ ਜਿੱਦਾਂ ਹੀ ਸਵੇਰ ਹੁੰਦੀ ਹੈ, ਸਮਾਂ ਚੱਲਦਾ ਸ਼ੁਰੂ ਹੁੰਦਾ ਹੈ ਔਰ ਰਾਤ ਤੱਕ ਪੈ ਜਾਂਦੀ ਹੈ, ਅਸੀਂ ਉਹਦੇ ਨਾਲ ਨਾਲ ਸਾਨੂੰ ਕੰਮ ਕਰਨੇ ਪੈਂਦੇ ਹਨ। ਔਰ ਅਗਰ ਅਸੀਂ ਨਹੀਂ ਕਰਦੇ ਸਮੇਂ ਦੇ ਨਾਲ ਕੰਮ, ਤਾਂ ਸਮਾਂ ਤਾਂ ਬੀਤ ਹੀ ਜਾਣਾ ਹੈ, ਸਮਾਂ ਤਾਂ ਰੁਕਣਾ ਨਹੀਂ ਹੈ, ਪਰ ਸਾਡੇ ਕੰਮ ਸਾਰੇ ਰੁਕ ਜਾਣੇ ਹੈ, ਸਾਡੇ ਕੰਮ ਸਾਰੇ ਪਿੱਛੇ ਰਹਿ ਜਾਣੇ ਹੈ, ਅਸੀਂ ਪਿਛੜ ਜਾਵਾਂਗੇ। ਕਵੀ ਇਹ ਕਹਿਣਾ ਚਾਹੁੰਦਾ ਹੈ। ਅੱਗੋਂ ਉਹ ਚੇਤਾਵਨੀ ਦੇ ਰਿਹਾ ਹੈ, ਉਹ ਸੰਭਲਣ ਲਈ ਕਹਿ ਰਿਹਾ ਮਨੁੱਖ ਨੂੰ, ਹੋ ਅਜੇ ਸੰਭਲ ਇਸ ਸਮੇਂ ਨੂੰ, ਅਜੇ ਵੀ ਸਮੇਂ ਨੂੰ ਸੰਭਾਲ ਲੈ, ਕਰ ਸਫਲ ਉਡਾਉਂਦਾ ਜਾਮਦਾ। ਉੱਡਦਾ ਜਾਂਦਾ ਹੈ ਇਹ ਸਮਾਂ, ਇਹਨੂੰ ਸੰਭਾਲ ਲੈ। ਇਹ ਠਹਿਰਨਾ ਨਹੀਂ ਜਾਣਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਸਮਾਂ ਤੁਸੀਂ ਦੇਖਦੇ ਹੋ ਜਿਵੇਂ ਘੜੀ ਟਿਕ 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 ਚੱਲਦੀ ਹੈ ਔਰ ਸਮਾਂ ਬੀਤਦਾ ਜਾਂਦਾ ਹੈ। ਸਵੇਰ ਤੋਂ ਦਿਨ, ਦੁਪਹਿਰ, ਦੁਪਹਿਰ ਤੋਂ ਸ਼ਾਮ, ਸ਼ਾਮ ਤੋਂ ਰਾਤ, ਆਪਣਾ ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਸੀ। ਉਹਨੂੰ ਰੋਕਣਾ ਵੀ ਚਾਹੀਏ ਤਾਂ ਨਹੀਂ ਰੁਕਦਾ ਹੈ। ਇਹੀ ਕਵੀ ਇੱਥੇ ਕਹਿ ਰਿਹਾ ਹੈ, ਇਹ ਠਹਿਰਣ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਜਦੋਂ ਇਹ ਲੰਘ ਜਾਂਦਾ ਹੈ ਤਾਂ ਫਿਰ ਮੁੜ ਕੇ ਵਾਪਸ ਨਹੀਂ ਆਉਂਦਾ। ਹੁਣ ਅਸੀਂ ਇਹਦਾ ਸਾਰ ਜਾਂ ਇਹਦੀ ਟਿੱਪਣੀ ਇੱਕ ਵਾਰ ਸਮਝਦੇ ਹਾਂ ਕਿ ਭਾਈ ਵੀਰ ਸਿੰਘ ਨੇ ਕਵਿਤਾ ਕਿਉਂ ਰਚਨਾ ਕੀਤੀ ਹੈ, ਉਹ ਇਹਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ, ਉਹਨਾਂ ਦਾ ਉਦੇਸ਼ ਕੀ ਹੈ। ਇਸ ਰਚਨਾ ਰਾਹੀਂ ਉਹ ਮਨੁੱਖ ਨੂੰ ਕੀ ਸੰਦੇਸ਼, ਕੀ ਸਿੱਖਿਆ ਦੇਣਾ ਚਾਹੁੰਦੇ ਹਨ। ਤਾਂ ਉਹਨਾਂ ਦੀ ਸਿੱਖਿਆ ਇਸ ਵਿੱਚ ਇਹੀ ਹੈ ਕਿ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਸਮਾਂ ਦਾ ਬਹੁਤ ਮਹੱਤਵ ਹੈ। ਇਸ ਵਿੱਚ ਕਵਿਤਾ ਵਿੱਚ ਉਹ ਸਮੇਂ ਦੇ ਮਹੱਤਵ ਨੂੰ ਹੀ ਉਜਾਗਰ ਕਰ ਰਹੇ ਹਨ। ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿੱਚ ਸਮੇਂ ਨੂੰ ਨਿਰੰਤਰ ਚੱਲਣ ਵਾਲੇ ਲੱਛਣ ਅਤੇ ਬਾਰੇ ਵਿਚਾਰ ਕੀਤੀ ਹੈ। ਕਵੀ ਦਾ ਮਤ ਹੈ ਕਿ ਸਮੇਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਨਹੀਂ ਜਾ ਸਕਦਾ। ਸਮਾਂ ਹਰ ਰੁਕਾਵਟ ਨੂੰ ਤੋੜ ਕੇ ਆਪਣੀ ਗਤੀ ਨਾਲ ਅੱਗੇ ਵੱਧਦਾ ਰਹਿੰਦਾ ਹੈ। ਇਸ ਕਰਕੇ ਕਵੀ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਕਵਿਤਾ ਅਨੁਸਾਰ ਇੱਕ ਵਾਰ ਬੀਤਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ। ਇਸ ਕਰਕੇ ਮਨੁੱਖ ਨੂੰ ਵਰਤਮਾਨ ਸਮੇਂ ਦਾ ਪੂਰਾ ਸਦਉਪਯੋਗ ਕਰਨਾ ਚਾਹੀਦਾ ਹੈ। ਕਵੀ ਇਸ ਕਵਿਤਾ 'ਚ ਬਾਰ-ਬਾਰ ਇੱਕੋ ਗੱਲ ਮਨੁੱਖ ਨੂੰ ਸਮਝਾ ਰਿਹਾ ਹੈ, ਇੱਕੋ ਸੰਦੇਸ਼ ਦੇ ਰਿਹਾ ਹੈ। ਉਹਦੀ ਇਹੀ ਪ੍ਰੇਰਨਾ ਹੈ ਕਿ ਮਨੁੱਖ ਆਪਣਾ ਕੰਮ ਸਮੇਂ ਦੇ ਨਾਲ ਕਰੇ, ਸਮੇਂ ਸਿਰ ਕਰੇ, ਸਮੇਂ ਦਾ ਸਦਉਪਯੋਗ ਕਰੇ, ਉਸ ਦਾ ਕੁਝ ਲਾਭ ਉਠਾਵੇ ਔਰ ਆਪਣੇ ਜੀਵਨ ਨੂੰ ਸਫਲ ਬਣਾਵੇ। ਜਿਵੇਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਭਗਤੀ ਕਰਨ ਨਾਲ, ਸਮੇਂ ਨਾਲ, ਪਰਮਾਤਮਾ ਨੂੰ ਵੀ ਯਾਦ ਕਰਨ ਨਾਲ ਮਨੁੱਖ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਚਾਈਆਂ ਛੂੰਹਦਾ ਹੈ। ਇਸੇ ਲਈ ਗੁਰਬਾਣੀ ਦੇ ਹੀ ਤਰ੍ਹਾਂ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਦੇ ਵਿੱਚ ਉਸੇ ਵਿਚਾਰ, ਉਸੇ ਮਤ ਨੂੰ ਪੇਸ਼ ਕੀਤਾ ਹੈ ਕਿ ਸਮੇਂ ਨੂੰ ਇਹ ਮਨੁੱਖ ਵਿਸਾਰ ਨਹੀਂ, ਸਮੇਂ ਦਾ ਖਿਆਲ ਕਰ। ਸਮਾਂ ਚਲਾ ਗਿਆ, ਮੁੜ ਕੇ ਕਦੀ ਵਾਪਸ ਨਹੀਂ ਆਏਗਾ ਔਰ ਫਿਰ ਤੂੰ ਆਪਣੇ ਹੱਥ ਮਲਦਾ ਰਹਿ ਜਾਏਗਾ। ਪਿਆਰੇ ਬੱਚਿਓ, ਇਹ ਸੀ ਕਵਿਤਾ ਸਮਾਂ, ਜੋ ਕਿ ਅਸੀਂ ਅੱਜ ਦੇ ਅਰਥ ਔਰ ਇਹਦੀ ਟਿੱਪਣੀ ਸਾਰ ਕੀਤਾ ਹੈ। ਅਗਲੀ ਵਰਕਸ਼ੀਟ ਦੇ ਵਿੱਚ, ਅਗਲੀ ਕਲਾਸ ਦੇ ਵਿੱਚ ਅਸੀਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਔਰ ਉਸ ਤੋਂ ਬਾਅਦ ਤੁਸੀਂ ਅੱਜ ਇਹ ਕਵਿਤਾ ਹੁਣ ਆਪਣੀ ਕਾਪੀ ਦੇ ਉੱਤੇ ਲਿਖਣੀ ਹੈ ਔਰ ਔਖੇ ਸ਼ਬਦਾਂ ਦੇ ਅਰਥ ਵੀ ਇਸ ਵਰਕਸ਼ੀਟ ਨੰਬਰ 8 ਵਿੱਚ ਤੁਹਾਨੂੰ ਕਰਨੇ ਹਨ। ਧੰਨਵਾਦ। ਬਹੁਤ ਬਹੁਤ ਪਿਆਰੇ ਬੱਚਿਓ, ਪਿਆਰ।